ਸਭ ਨੂੰ ਜੈ ਮਸੀਹ ਦੀ। ਮੈਂ ਤੁਹਾਡੇ ਵਿਚਕਾਰ ਪਰਮੇਸ਼ਰ ਦੇ ਇੱਕ ਛੋਟੇ ਜਿਹੇ ਵਚਨ ਨੂੰ ਲੈ ਕੇ ਆਇਆ ਹਾਂ ਜੋ ਹੈ ਜ਼ਬੂਰ 46 ਤੇ ਉਹਦੀ ਪਹਿਲੀ ਆਇਤ। ਜ਼ਬੂਰ 46 ਤੇ ਉਹਦੀ ਪਹਿਲੀ ਆਇਤ। ਮਾਰਟਿਨ ਲੂਥਰ ਨੇ ਇੱਕ ਗੀਤ ਲਿਖਿਆ ਜਿਸ ਦੇ ਬੋਲ ਸਨ, ਪਰਮੇਸ਼ਰ ਮੇਰੀ ਪਨਾਹ ਹੈ, ਅਤੇ ਇਹ ਗੀਤ ਜ਼ਬੂਰ 46 ਤੇ ਹੀ ਆਧਾਰਿਤ ਸੀ। ਲੂਥਰ ਨੇ ਇਸ ਗੀਤ ਨੂੰ ਇਸ ਨਤੀਜੇ ਵਜੋਂ ਲਿਖਿਆ ਕਿਉਂਕਿ ਅਤੀ ਸੰਕਟ ਦੇ ਸਮੇਂ ਵਿੱਚ ਜ਼ਬੂਰ 46 ਨੇ ਉਹਦੇ ਜੀਵਨ ਤੇ ਬਹੁਤ ਹੀ ਪ੍ਰਭਾਵ ਪਾਇਆ ਸੀ ਅਤੇ ਬਹੁਤ ਹੀ ਘੱਟ ਲੋਕ ਹਨ ਜੋ ਇਸ ਗੀਤ ਦੇ ਪਿਛੋਕੜ ਬਾਰੇ ਜਾਣਦੇ ਹਨ। ਇਹ ਸਨ 1527 ਸੀ ਅਤੇ ਇੱਕ ਭਿਆਨਕ ਮਹਾਮਾਰੀ ਯੂਰਪ ਦੇ ਵਿੱਚ ਫੈਲ ਰਹੀ ਸੀ। ਇਸ ਭਿਆਨਕ ਮਹਾਮਾਰੀ ਨੇ ਬੜੀ ਹੀ ਬੇਰਹਿਮੀ ਦੇ ਨਾਲ ਜਰਮਨੀ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਅਣਗਿਣਤ ਮੌਤਾਂ ਹੋ ਰਹੀਆਂ ਸਨ। ਲੋਕ ਡਰ ਦੇ ਵਿੱਚ ਜੀ ਰਹੇ ਸਨ ਅਤੇ ਕਈ ਲੋਕ ਤਾਂ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਰਹੇ ਸਨ। ਹੁਣ ਲੂਥਰ ਦੇ ਲਈ ਇਹ ਸਵਾਲ ਸੀਗਾ ਕਿ ਕੀ ਉਸ ਨੂੰ ਆਪਣੇ ਪਰਿਵਾਰ ਅਤੇ ਆਪਣੇ ਬਚਾਅ ਦੇ ਲਈ ਕਿਤੇ ਹੋਰ ਜਾਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸ ਜਗ੍ਹਾ ਤੇ ਰਹਿ ਕੇ ਉਹਨਾਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਬਚੇ ਹੋਏ ਨੇ। ਤੇ ਲੂਥਰ ਨੇ ਇੱਕ ਬਹੁਤ ਹੀ ਮੁਸ਼ਕਲ ਫੈਸਲਾ ਲਿਆ। ਉਸਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਆਪਣੇ ਘਰ ਨੂੰ ਹਸਪੀਟਲ ਦੇ ਵਿੱਚ ਤਬਦੀਲ ਕਰ ਦਿੱਤਾ। ਦੁੱਖ ਦੀ ਗੱਲ ਇਹ ਹੈ ਕਿ ਉਸਦਾ ਛੋਟਾ ਬੇਟਾ 3 ਸਾਲ ਦਾ ਬੇਟਾ ਵੀ ਬਿਮਾਰ ਹੋਇਆ। ਜਦੋਂ ਚਾਰੇ ਪਾਸੇ ਮੌਤਾਂ ਹੀ ਮੌਤਾਂ ਸਨ, ਸੰਕਟ ਹੀ ਸੰਕਟ ਸੀਗਾ, ਤੇ ਲੂਥਰ ਨੇ ਆਪਣੇ ਆਪ ਨੂੰ ਜ਼ਬੂਰ 46 ਦੇ ਨਾਲ ਜੋੜਿਆ। ਸੰਕਟ ਦੇ ਸਮੇਂ ਨੇ ਲਿਖਿਆ ਕਿ ਪਰਮੇਸ਼ਵਰ ਸਾਡੀ ਸ਼ਕਤੀਸ਼ਾਲੀ ਪਨਾਹ ਹੈ। ਜਦੋਂ ਸਾਡੇ ਚਾਰੇ ਪਾਸੇ ਕਰੋਨਾ ਵਾਇਰਸ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖਿਆ ਹੋਇਆ ਹੈ, ਮੌਤਾਂ ਹੀ ਮੌਤਾਂ ਹੋ ਰਹੀਆਂ ਨੇ, ਤਾਂ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਬੂਰ 46 ਦੇ ਨਾਲ ਜੋੜੀਏ। ਇੱਥੇ ਲਿਖਿਆ ਹੋਇਆ ਪਹਿਲੀ ਆਇਤ ਦੇ ਵਿੱਚ, ਪਰਮੇਸ਼ਵਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਦੇ ਵਿੱਚ ਵੱਡਾ ਸਹਾਇਕ ਹੋਇਆ ਹੈ। ਇਸ ਜਗ੍ਹਾ ਤੇ ਅਸੀਂ ਦੋ ਡੂੰਘੀਆਂ ਸੱਚਾਈਆਂ ਨੂੰ ਵੇਖਦੇ ਹਾਂ। ਪਹਿਲੀ, ਪਰਮੇਸ਼ਵਰ ਸਰਬ ਸ਼ਕਤੀਮਾਨ ਹੈ, ਤੇ ਦੂਸਰੀ, ਪਰਮੇਸ਼ਵਰ ਹਰ ਜਗ੍ਹਾ ਤੇ ਮੌਜੂਦ ਹੈ। ਬਾਈਬਲ ਦੇ ਵਿੱਚ ਅਕਸਰ ਹੀ ਪਰਮੇਸ਼ਵਰ ਦੇ ਲਈ ਯਹੋਵਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਜ਼ਬੂਰ 23 ਉਹਦੀ ਪਹਿਲੀ ਆਇਤ 'ਚ ਲਿਖਿਆ ਹੈ ਕਿ ਯਹੋਵਾ ਮੇਰਾ ਅਯਾਲੀ ਹੈ, ਲੇਕਿਨ ਇਸ ਜਗ੍ਹਾ ਤੇ ਪਰਮੇਸ਼ਵਰ ਦੇ ਲਈ ਐਲੋਹੀਮ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਅਰਥ ਹੈ ਪਰਮੇਸ਼ਵਰ ਸਰਬ ਸ਼ਕਤੀਮਾਨ ਹੈ। ਤੇ ਐਲੋਹੀਮ ਨਾਮ ਬਾਈਬਲ ਦੀ ਸਭ ਤੋਂ ਪਹਿਲੀ ਆਇਤ ਦੇ ਵਿੱਚ ਪਾਇਆ ਗਿਆ ਹੈ, ਜਿੱਥੇ ਲਿਖਿਆ ਹੈ, ਆਦਿ ਵਿੱਚ ਐਲੋਹੀਮ ਨੇ ਆਕਾਸ਼ ਅਤੇ ਧਰਤੀ ਨੂੰ ਸਿਰਜਿਆ। ਇਸ ਸਰਬ ਸ਼ਕਤੀਮਾਨ ਪਰਮੇਸ਼ਵਰ ਨੇ ਸਿਰਫ ਸ਼ਬਦ ਹੀ ਬੋਲੇ ਨੇ ਤੇ ਹਰ ਇੱਕ ਚੀਜ਼ ਬਣ ਗਈ ਹੈ। ਤੇ ਜ਼ਬੂਰ ਸ਼ੁਰੂ ਹੁੰਦਾ ਹੈ ਤੇ ਲਿਖਿਆ ਕਿ ਪਰਮੇਸ਼ਵਰ ਸਰਬ ਸ਼ਕਤੀਮਾਨ ਪਰਮੇਸ਼ਵਰ ਉਹ ਕੀ ਹੈ? ਅੱਗੇ ਲਿਖਿਆ ਹੈ, ਸਾਡੀ ਪਨਾਹ ਹੈ। ਪਨਾਹ ਸ਼ਬਦ ਇੱਕ ਅਜਿਹੇ ਬਚਾਓ ਅਤੇ ਸੁਰੱਖਿਆ ਦੇ ਸਥਾਨ ਦੀ ਗੱਲ ਕਰਦਾ ਹੈ ਕਿ ਪਰਮੇਸ਼ਰ ਇੱਕ ਅਜਿਹਾ ਕਿਲਾ ਹੈ ਜਿਸ ਦੇ ਉੱਤੇ ਕੋਈ ਵੀ ਕਾਬੂ ਨਹੀਂ ਪਾ ਸਕਦਾ। ਤੇ ਜਦੋਂ ਜ਼ਬੂਰ ਲਿਖਣ ਵਾਲਾ ਉਸ ਕਿਲੇ ਵੱਲ ਭੱਜਦਾ ਹੈ ਤੇ ਆਪਣੇ ਆਪ ਨੂੰ ਉਸ ਕਿਲੇ ਦੇ ਵਿੱਚ ਲੁਕਾ ਲੈਂਦਾ ਹੈ, ਤਾਂ ਇਹ ਉਸ ਸਿਪਾਹੀ ਵਰਗਾ ਹੈ ਜਿਸ ਦੇ ਚਾਰੋਂ ਤਰਫ ਹਮਲਾ ਹੀ ਹਮਲਾ ਹੋ ਰਿਹਾ ਹੈ, ਤੇ ਉਹ ਭੱਜ ਕੇ ਆਪਣੇ ਆਪ ਨੂੰ ਕੀ ਕਰਦਾ ਹੈ? ਉਸ ਕਿਲੇ ਵਿੱਚ ਲੁਕਾ ਲੈਂਦਾ ਹੈ। ਤਾਂ ਉਸ ਕਿਲੇ ਦੀਆਂ ਮੋਟੀਆਂ ਦੀਵਾਰਾਂ ਤੇ ਵੱਡੀਆਂ ਦੀਵਾਰਾਂ ਦੇ ਕਰਕੇ ਕੋਈ ਵੀ ਚੀਜ਼ ਉਸ ਦਾ ਨੁਕਸਾਨ ਨਹੀਂ ਕਰ ਸਕਦੀ ਹੈ। ਇਹ ਸਾਡੇ ਲਈ ਵੀ ਹੈ। ਸਾਡੇ ਚਾਰੇ ਪਾਸੇ ਕੁਝ ਵੀ ਹੋ ਰਿਹਾ ਹੋਵੇ, ਲੇਕਿਨ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਆਰਾਮ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਚੀਜ਼ ਛੂ ਨਹੀਂ ਸਕਦੀ ਜਿਸ ਨੂੰ ਪਰਮੇਸ਼ਰ ਨੇ ਨਹੀਂ ਭੇਜਿਆ ਹੈ। ਅੱਗੇ ਲਿਖਿਆ ਹੈ, ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ। ਸ਼ਬਦ ਬਲ ਦਾ ਅਰਥ ਹੈ ਤਾਕਤ, ਜੋ ਇੰਨੀ ਮਹਾਨ ਹੈ ਕਿ ਉਹ ਜ਼ਬੂਰ ਤੇ ਲਿਖਾਰੀ ਅਤੇ ਉਹਦੇ ਸਾਥੀਆਂ ਨੂੰ ਸਹਾਇਤਾ ਦੇ ਸਕਦੀ ਹੈ, ਉਹਨਾਂ ਨੂੰ ਬਰਕਰਾਰ ਰੱਖ ਸਕਦੀ ਹੈ। ਜਦੋਂ ਜ਼ਬੂਰ ਲਿਖਿਆ ਗਿਆ ਤਾਂ ਯਰੂਸ਼ਲਮ ਸ਼ਹਿਰ ਨੂੰ ਵਿਦੇਸ਼ੀ ਤਾਕਤਾਂ ਨੇ ਘੇਰਿਆ ਹੋਇਆ ਸੀਗਾ। ਇਹ ਬਹੁਤ ਹੀ ਵੱਡੇ ਖਤਰੇ ਦਾ ਸਮਾਂ ਸੀਗਾ। ਵਿਦੇਸ਼ੀ ਫੌਜਾਂ ਨੇ ਇਜ਼ਰਾਈਲ ਨੂੰ ਧਮਕਾਇਆ ਸੀਗਾ, ਪਰ ਪਰਮੇਸ਼ਰ ਇਜ਼ਰਾਈਲ ਦੇ ਦੁਆਲੇ ਇੱਕ ਦੀਵਾਰ ਸੀ ਜੋ ਉਹਨਾਂ ਨੂੰ ਸੁਰੱਖਿਆ ਦੇਵੇਗੀ। ਇਸ ਆਇਤ ਦੀ ਦੂਸਰੀ ਲਾਈਨ ਦੇ ਵਿੱਚ ਲਿਖਿਆ ਹੈ ਕਿ ਉਹ ਦੁੱਖਾਂ ਦੇ ਵਿੱਚ ਵੱਡਾ ਸਹਾਇਕ ਹੋਇਆ ਹੈ। ਦੂਸਰੀ ਆਇਤ ਵਿੱਚ ਜ਼ਬੂਰ ਲਿਖਣ ਵਾਲਾ ਕਹਿ ਰਿਹਾ ਹੈ ਕਿ ਪਰਮੇਸ਼ਰ ਸਿਰਫ ਸਰਵ ਸ਼ਕਤੀਮਾਨ ਹੀ ਨਹੀਂ ਹੈ, ਲੇਕਿਨ ਉਹ ਹਰ ਜਗ੍ਹਾ ਤੇ ਮੌਜੂਦ ਹੈ। ਪਰਮੇਸ਼ਰ ਦੇ ਲਈ ਸਰਵ ਸ਼ਕਤੀਮਾਨ ਹੋਣਾ ਕਿੰਨਾ ਕੁ ਠੀਕ ਹੈ ਕਿ ਜੇਕਰ ਉਹ ਸਵਰਗ ਦੀਆਂ ਉਚਾਈਆਂ ਦੇ ਵਿੱਚ ਬਹੁਤ ਦੂਰ ਹੈ,
ਪਰਮੇਸ਼ਰ ਦੇ ਲਈ ਸਰਵ ਸ਼ਕਤੀਮਾਨ ਹੋਣਾ ਕਿੰਨਾ ਕੁ ਵਧੀਆ ਹੈ ਕਿ ਜੇਕਰ ਉਹ ਜ਼ਬੂਰ ਦੇ ਲਿਖਾਰੀ ਤੋਂ ਬਹੁਤ ਹੀ ਦੂਰ ਹੈ, ਉਸ ਨੂੰ ਪਰਮੇਸ਼ਰ ਦੀ ਲੋੜ ਹੈ ਜੋ ਦੁੱਖਾਂ ਦੀ ਭੱਠੀ ਦੇ ਵਿੱਚ ਵੀ ਉਸ ਦੇ ਨਾਲ ਹੋਵੇ। ਉਸ ਨੂੰ ਪਰਮੇਸ਼ਰ ਦੀ ਲੋੜ ਹੈ ਜੋ ਮੁਸ਼ਕਲਾਂ ਦੇ ਤੂਫਾਨਾਂ ਦੇ ਵਿੱਚ ਵੀ ਉਸ ਦੀ ਬੇੜੀ ਦੇ ਵਿੱਚ ਹੋਵੇ। ਤੇ ਇਹੀ ਉੱਥੇ ਲਿਖਿਆ ਹੈ, ਕਹਿੰਦਾ ਕਿ ਉਹ ਦੁੱਖਾਂ ਵਿੱਚ, ਜਦੋਂ ਲਿਖਾਰੀ ਦੁੱਖਾਂ ਦੇ ਵਿੱਚ ਹੈ, ਪਰਮੇਸ਼ਰ ਉਦੋਂ ਵੀ ਉਸ ਦੇ ਨਾਲ ਹੈ। ਪਰਮੇਸ਼ਰ ਸਿਰਫ ਉਸ ਸਮੇਂ ਹੀ ਨਹੀਂ ਹੁੰਦਾ ਜਦੋਂ ਸਭ ਕੁਝ ਵਧੀਆ ਹੈ, ਸਭ ਕੁਝ ਠੀਕ ਚੱਲ ਰਿਹਾ ਹੈ, ਲੇਕਿਨ ਪਰਮੇਸ਼ਰ ਉਸ ਸਮੇਂ ਵੀ ਸਾਡੇ ਨਾਲ ਹੁੰਦਾ ਹੈ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਤੇ ਇਹ ਜ਼ਰੂਰਤ ਕੁਝ ਵੀ ਹੋ ਸਕਦੀ ਹੈ, ਇਹ ਸਰੀਰਕ ਹੋ ਸਕਦੀ ਹੈ, ਇਹ ਪੈਸੇ ਦੀ ਹੋ ਸਕਦੀ ਹੈ, ਇਹ ਆਤਮਿਕ ਹੋ ਸਕਦੀ ਹੈ, ਤੇ ਇਹ ਭਾਵਨਾਤਮਕ ਹੋ ਸਕਦੀ ਹੈ। ਅੱਗੇ ਲਿਖਿਆ ਹੈ, ਉਹ ਦੁੱਖਾਂ ਦੇ ਵਿੱਚ ਵੱਡਾ ਸਹਾਇਕ ਹੋਇਆ ਹੈ। ਸ਼ਬਦ ਵੱਡੇ ਦਾ ਅਰਥ ਹੈ ਬਹੁਤ ਜ਼ਿਆਦਾ ਜਾਂ ਅਤੀ, ਤੇ ਅੰਗਰੇਜ਼ੀ ਵਿੱਚ ਲਿਖਿਆ ਹੈ ਐਵਰ ਪ੍ਰੈਜ਼ੈਂਟ, ਜਿਹਦਾ ਮਤਲਬ ਹੈ ਕਿ ਪਰਮੇਸ਼ਰ ਹਰ ਪਲ ਹਰ ਸਮੇਂ ਮੌਜੂਦ ਹੈ। ਅੱਜ ਸਾਨੂੰ 6 ਫੁੱਟ ਦੀ ਸਮਾਜਿਕ ਦੂਰੀ ਬਣਾਉਣੀ ਪੈਂਦੀ ਹੈ, ਲੇਕਿਨ ਪਰਮੇਸ਼ਰ ਸਾਡੇ ਤੋਂ 1 ਫੁੱਟ ਵੀ ਦੂਰ ਨਹੀਂ ਹੈ। ਉਹ ਸਾਡੇ ਅੰਦਰ ਵਸਦਾ ਹੈ, ਉਹ ਸਾਡੇ ਹਰ ਪਲ ਹਰ ਸਮੇਂ ਸਾਡੇ ਨਾਲ ਹੈ। ਅੱਗੇ ਲਿਖਿਆ ਹੈ ਵੱਡਾ ਸਹਾਇਕ ਹੋਇਆ ਹੈ। ਸਹਾਇਕ ਸ਼ਬਦ ਦਾ ਅਰਥ ਹੈ ਕਿ ਪਰਮੇਸ਼ਰ ਹਰ ਸਮੇਂ ਜੋ ਅਸੀਂ ਕੰਮ ਨਹੀਂ ਕਰ ਸਕਦੇ ਹਾਂ, ਉਹ ਕੰਮ ਕਰਨ ਦੀ ਪਰਮੇਸ਼ਰ ਸ਼ਕਤੀ ਰੱਖਦਾ ਹੈ ਤੇ ਉਹ ਸਾਡੀ ਮਦਦ ਕਰਦਾ ਹੈ। ਸਾਨੂੰ ਅੱਜ ਸੋਚਣਾ ਹੈ ਕਿ ਇਸ ਮੁਸ਼ਕਿਲ ਸਮੇਂ ਦੇ ਵਿੱਚ, ਜਦੋਂ ਕਰੋਨਾ ਵਾਇਰਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ, ਤਾਂ ਇਸ ਸਮੇਂ ਦੇ ਵਿੱਚ ਸਾਨੂੰ ਪਰਮੇਸ਼ਰ ਵੱਲ ਦੌੜਨਾ ਚਾਹੀਦਾ ਹੈ। ਸਾਨੂੰ ਉਸ ਕਿਲੇ ਦੇ ਵਿੱਚ ਆਪਣੇ ਆਪ ਨੂੰ ਛੁਪਾ ਲੈਣਾ ਚਾਹੀਦਾ ਹੈ ਜੋ ਬਹੁਤ ਹੀ ਮਹਾਨ ਹੈ, ਜੋ ਸਰਵ ਸ਼ਕਤੀਮਾਨ ਹੈ ਅਤੇ ਜੋ ਸਾਡੀ ਸਹਾਇਤਾ ਦੇ ਲਈ ਹਰ ਸਮੇਂ ਮੌਜੂਦ ਹੁੰਦਾ ਹੈ। ਆइए प्रार्थना करें। पिता परमेश्वर जी, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਵਚਨਾਂ ਦੇ ਲਈ। ਪ੍ਰਭੂ ਜੀ, ਅੱਜ ਜੋ ਕੋਈ ਵੀ ਇਨਸਾਨ ਕਿਸੇ ਸਮੱਸਿਆ ਦੇ ਵਿੱਚ ਹੈ, ਕਿਸੇ ਦੁੱਖ ਦੇ ਵਿੱਚ ਹੈ, ਤੁਸੀਂ ਅੱਜ ਉਸ ਦੀ ਪਨਾਹ ਹੋ, ਤੁਸੀਂ ਅੱਜ ਉਸ ਦਾ ਬਲ ਹੋ। ਅਤੇ ਪ੍ਰਭੂ ਜੀ, ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਸੰਕਟ ਦੇ ਸਮੇਂ, ਸਾਡੇ ਦੁੱਖ ਦੇ ਸਮੇਂ ਤੁਸੀਂ ਸਾਡੇ ਸਹਾਇਕ ਹੋ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਭ ਨੂੰ ਜੈ ਮਸੀਹ ਕੀ।